ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਵੰਨਗੀ ਵਿੱਚ ਦਰਜ ਕਹਾਣੀ ਬੱਸ ਕੰਡਕਟਰ ਬਾਰੇ ਗੱਲ ਕਰਾਂਗੇ। ਇਹ ਕਹਾਣੀ ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਹੈ। ਇਹ ਇੱਕ ਔਰਤ ਕਹਾਣੀਕਾਰ ਹੈ। ਇਹਨਾਂ ਦਾ ਜਨਮ 4 ਮਈ 1935 ਈਸਵੀ ਨੂੰ ਮਾਤਾ ਚੰਦ ਕੌਰ ਦੇ ਘਰ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਸ਼੍ਰੀ ਕਾਕਾ ਸਿੰਘ ਸੀ, ਪਰ ਇਹਨਾਂ ਦੀ ਪਰਵਰਿਸ਼ ਪਟਿਆਲੇ ਹੋਈ, ਜਿੱਥੇ ਇਹਨਾਂ ਦੀ ਭੂਆ ਇਹਨਾਂ ਨੂੰ ਛੋਟੀ ਉਮਰ ਵਿੱਚ ਹੀ ਲੈ ਆਈ ਸੀ। ਤਾਂ ਇੱਥੇ ਇਹਨਾਂ ਨੇ ਪੜ੍ਹਾਈ ਲਿਖਾਈ ਕੀਤੀ। ਉਚੇਰੀ ਪੜ੍ਹਾਈ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਕਾਲਜ ਧਰਮਸ਼ਾਲਾ ਵਿਖੇ ਲੈਕਚਰਰ ਦੀ ਨੌਕਰੀ ਕਰਨੀ ਸ਼ੁਰੂ ਕੀਤੀ। 1963 ਈਸਵੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਲੈਕਚਰਰ ਲੱਗ ਗਏ। ਇੱਥੇ ਉਹਨਾਂ ਨੇ ਬਹੁਤ ਉੱਚੀਆਂ ਪਦਵੀਆਂ ਤੇ ਕੰਮ ਕੀਤਾ। ਇੱਥੇ ਉਹ ਰੀਡਰ, ਪ੍ਰੋਫੈਸਰ ਤੇ ਡੀਨ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਤੇ ਇੱਥੋਂ ਹੀ ਸੇਵਾ ਮੁਕਤ ਹੋਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹ ਲਾਈਫ ਫੈਲੋ ਰਹੇ। ਇੱਥੇ ਯੂਨੀਵਰਸਿਟੀ ਦੇ ਵਿੱਚ ਹੀ ਰਹਿੰਦੇ ਰਹੇ ਤੇ ਥੋੜਾ ਸਮਾਂ ਪਹਿਲਾਂ ਹੀ ਇਹਨਾਂ ਦੀ ਮੌਤ ਹੋਈ। ਦਲੀਪ ਕੌਰ ਟਿਵਾਣਾ ਨੇ ਬੇਟਾ ਕਹਾਣੀਆਂ ਲਿਖਣੀਆਂ 21 ਸਾਲ ਦੀ ਉਮਰ ਵਿੱਚ ਸ਼ੁਰੂ ਕਰਤੀਆਂ ਸੀ। ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਪਰਬਲ ਵਹਿਣ ਸੀ। ਇਸ ਤੋਂ ਇਲਾਵਾ ਉਹਨਾਂ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਦੇ ਨਾਂ ਨੇ ਤਰਾਟਾਂ, ਸਾਧਨਾ, ਵੇਦਨਾ, ਵਿਰਾਗੇ ਨੈਣ, ਤੂੰ ਭਰੀ ਹੁੰਗਾਰਾ। ਇਹ ਸਾਰੇ ਕਹਾਣੀ ਸੰਗ੍ਰਹਿ ਹੀ ਪੰਜਾਬੀ ਸਾਹਿਤ ਜਗਤ ਦੇ ਵਿੱਚ ਬਹੁਤ ਪ੍ਰਸਿੱਧ ਹੋਏ। ਕਹਾਣੀਆਂ ਤੋਂ ਇਲਾਵਾ ਆਪ ਨੇ ਨਾਵਲ ਵੀ ਲਿਖੇ ਤੇ ਉਹਨਾਂ ਦੇ ਨਾਵਲ ਨੇ ਅਗਨੀ ਪ੍ਰੀਖਿਆ, ਵਾਟ ਹਮਾਰੀ, ਤੀਲੀ ਦਾ ਨਿਸ਼ਾਨ, ਪੈੜ ਚਾਲ, ਸੂਰਜ ਤੇ ਸਮੁੰਦਰ। ਉਹਨਾਂ ਦਾ ਬਹੁਤ ਪ੍ਰਸਿੱਧ ਨਾਵਲ ਸੀ ਇਹ ਹਮਾਰਾ ਜੀਵਣਾ, ਜਿਸ ਤੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਪ੍ਰਾਪਤ ਹੋਇਆ। ਇਸ ਨਾਵਲ ਦੇ ਉੱਤੇ ਟੀਵੀ ਤੇ ਇੱਕ ਸੀਰੀਅਲ ਵੀ ਬਣਿਆ। ਕਾਫੀ ਦੇਰ ਪਹਿਲਾਂ ਉਹ ਟੀਵੀ ਤੋਂ ਪ੍ਰਸਾਰਿਤ ਹੁੰਦਾ ਰਿਹਾ ਤੇ ਦਰਸ਼ਕ ਉਸ ਨੂੰ ਬਹੁਤ ਪਸੰਦ ਕਰਦੇ ਰਹੇ। ਇਹਨਾਂ ਦਾ ਇੱਕ ਨਾਵਲ ਸੀ ਰਿਣ ਪਿੱਤਰਾਂ ਦਾ। ਇਸ ਨਾਵਲ ਤੇ ਇੱਕ ਫਿਲਮ ਵੀ ਬਣੀ। ਕਹਾਣੀ ਤੇ ਨਾਵਲ ਤੋਂ ਇਲਾਵਾ ਦਲੀਪ ਕੌਰ ਟਿਵਾਣਾ ਨੇ ਸਵੈ ਜੀਵਨੀ ਵੀ ਲਿਖੀ। ਉਹਨਾਂ ਦੀ ਸਵੈ ਜੀਵਨੀ ਦਾ ਨਾਂ ਹੈ ਨੰਗੇ ਪੈਰਾਂ ਦਾ ਸਫ਼ਰ ਤੇ ਪੂਛਤੇ ਹੋ ਤੋ ਸੁਣੋ। ਦਲੀਪ ਕੌਰ ਟਿਵਾਣਾ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਵੀ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਲੇਖਣ ਕਾਰਜ ਕਰਨ ਕਾਰਨ ਪ੍ਰਾਪਤ ਹੋਏ, ਜਿਸ ਦੇ ਵਿੱਚ ਪੰਜਾਬੀ ਸਾਹਿਤ ਰਤਨ ਅਵਾਰਡ ਵੀ ਵਿਸ਼ੇਸ਼ ਜ਼ਿਕਰਯੋਗ ਹੈ। ਬੇਟਾ ਇਹ ਔਰਤ ਲੇਖਕਾ ਦੇ ਤੌਰ ਤੇ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਬਾਹਰ ਵੀ ਬਹੁਤ ਪ੍ਰਸਿੱਧ ਰਹੀ, ਜਿਵੇਂ ਕਲਕੱਤਾ, ਕਰਨਾਟਕ, ਕੈਨੇਡਾ, ਅਮਰੀਕਾ, ਪਾਕਿਸਤਾਨ ਦੇ ਵਿੱਚੋਂ ਵੀ ਆਪ ਨੂੰ ਸਨਮਾਨ ਪ੍ਰਾਪਤ ਹੋਏ। ਆਪ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਕਾਨਫਰੰਸਾਂ ਦੀਆਂ ਪ੍ਰਧਾਨਗੀਆਂ ਵੀ ਕੀਤੀਆਂ। ਇਹਨਾਂ ਦੀਆਂ ਕਈ ਪੁਸਤਕਾਂ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਪਾਠਕਾਂ ਵੱਲੋਂ ਪਸੰਦ ਕੀਤੀਆਂ ਗਈਆਂ ਕਿ ਦੂਜੀਆਂ ਭਾਸ਼ਾਵਾਂ ਦੇ ਵਿੱਚ ਵੀ ਉਹਨਾਂ ਦੇ ਅਨੁਵਾਦ ਹੋਏ। ਤਾਂ ਡਾਕਟਰ ਟਿਵਾਣਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਤਾਂ ਜਿਸ ਸਮੇਂ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਉਸ ਸਮੇਂ ਪੰਜਾਬੀ ਸਾਹਿਤ ਜਗਤ ਦੇ ਵਿੱਚ ਔਰਤ ਲੇਖਕਾਂ ਦੀ ਗਿਣਤੀ ਬਹੁਤ ਹੀ ਘੱਟ ਸੀ। ਤਾਂ ਇਹਨਾਂ ਨੇ ਸਾਹਿਤ ਜਗਤ ਦੇ ਵਿੱਚ ਉਸ ਸਮੇਂ ਆਪਣਾ ਨਾਂ ਬਣਾਇਆ ਜਦੋਂ ਲੇਖਕ ਜ਼ਿਆਦਾ ਆਦਮੀ ਹੀ ਹੁੰਦੇ ਸੀ। ਤਾਂ ਇਹ ਇਸ ਔਰਤ ਦੀ ਵਿਸ਼ੇਸ਼ ਪ੍ਰਾਪਤੀ ਹੈ। ਤਾਂ ਉਹਨੇ ਨਾਮ ਆਪਣਾ ਸਿਰਫ ਔਰਤ ਹੋਣ ਦੇ ਨਾਤੇ ਹੀ ਨਹੀਂ ਸਗੋਂ ਵਿਸ਼ੇਸ਼ ਲੇਖਣੀ ਕਰਕੇ ਬਣਾਇਆ।
ਤੁਹਾਡੇ ਸਿਲੇਬਸ ਦੇ ਵਿੱਚ ਜਿਹੜੀ ਇਹਨਾਂ ਦੀ ਕਹਾਣੀ ਸ਼ਾਮਿਲ ਕੀਤੀ ਗਈ ਹੈ ਉਹ ਹੈ ਬੱਸ ਕੰਡਕਟਰ। ਤਾਂ ਬੱਸ ਕੰਡਕਟਰ ਕਹਾਣੀ ਦੇ ਵਿੱਚ ਵੀ ਆਪਾਂ ਇਹਨਾਂ ਦੀ ਸੋਚ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਸੋਚ ਵਾਲੀ ਇਹ ਔਰਤ ਕਹਾਣੀਕਾਰ ਹੈ। ਇਹਨਾਂ ਨੇ ਬੇਟਾ ਆਪਣੀਆਂ ਬਹੁਤੀਆਂ ਕਹਾਣੀਆਂ ਮਨੋਵਿਗਿਆਨਿਕ ਢੰਗ ਨਾਲ ਲਿਖੀਆਂ। ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਜਿਹੜੇ ਕਹਾਣੀਆਂ ਦੇ ਪਾਤਰ ਨੇ ਉਹਨਾਂ ਦੇ ਮਨੋਵਿਗਿਆਨ ਨੂੰ ਪੇਸ਼ ਕਰਨ ਦਾ ਇਹਨਾਂ ਨੇ ਯਤਨ ਕੀਤਾ, ਉਹਨਾਂ ਦੇ ਮਨ ਤੱਕ, ਉਹਨਾਂ ਦੀ ਸੋਚ ਤੱਕ ਪਹੁੰਚਣ ਦਾ ਯਤਨ ਕੀਤਾ। ਸਾਡੀ ਜਿਹੜੀ ਸੋਚ ਹੈ ਇਨਸਾਨ ਦੀ, ਉਸ ਨੂੰ ਬਹੁਤ ਹੀ ਕਲਾਤਮਕ ਢੰਗ ਦੇ ਨਾਲ ਪੇਸ਼ ਕਰਨਾ ਇਹਨਾਂ ਦੀ ਵਿਸ਼ੇਸ਼ਤਾ ਰਹੀ। ਇਹ ਕਹਾਣੀ ਵੀ ਇਸੇ ਤਰ੍ਹਾਂ ਦੀ ਹੀ ਹੈ। ਇਸ ਕਹਾਣੀ ਦੇ ਵਿੱਚ ਵੀ ਦੋ ਪਾਤਰ ਨੇ, ਪਾਲੀ ਤੇ ਜੀਤ। ਜਦੋਂ ਆਪਾਂ ਕਹਾਣੀ ਮੈਂ ਤੁਹਾਨੂੰ ਸੁਣਾਉਂਗੀ, ਤੁਹਾਨੂੰ ਆਪਣੇ ਆਪ ਹੀ ਮਹਿਸੂਸ ਹੋਊਗਾ ਕਿ ਇਹਨਾਂ ਦੋਹਾਂ ਪਾਤਰਾਂ ਦੇ ਮਨ ਦੀ ਸਥਿਤੀ ਕਹਾਣੀਕਾਰ ਦੁਆਰਾ ਬਹੁਤ ਹੀ ਬਰੀਕੀ ਦੇ ਨਾਲ ਚਿਤਰੀ ਗਈ ਹੈ। ਹਰ ਇੱਕ ਸੁਭਾਅ ਦੀ ਵਿਸ਼ੇਸ਼ਤਾ ਹੈ ਜਿਹੜੀ ਉਹ ਉਘੜ ਕੇ ਸਾਹਮਣੇ ਆਉਂਦੀ ਹੈ, ਜਿਸ ਦੇ ਨਾਲ ਪਾਠਕ ਹੈ ਜਿਹੜਾ ਉਹ ਪਾਤਰ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਤੇ ਉਸਨੂੰ ਪਾਤਰ ਦੇ ਮਨ ਦੀ ਉਥਲ-ਪੁਥਲ, ਆਪਣੇ ਮਨ ਦੀ ਉਥਲ-ਪੁਥਲ ਹੀ ਲੱਗਣ ਲੱਗ ਜਾਂਦੀ ਹੈ। ਇਸ ਕਹਾਣੀ ਦੇ ਵਿੱਚ ਇੱਕ ਸੱਚੇ ਪ੍ਰੇਮ ਦਾ ਪ੍ਰਗਟਾਵਾ ਸਾਨੂੰ ਦਿਖਾਈ ਦਿੰਦਾ ਹੈ। ਤਾਂ ਉਹ ਕਿਸ ਤਰ੍ਹਾਂ ਦੀ ਇਹ ਮਨੋਵਿਗਿਆਨਕ ਕਹਾਣੀ ਹੈ, ਕਿਸ ਤਰ੍ਹਾਂ ਦਾ ਪ੍ਰੇਮ ਦਾ ਪ੍ਰਗਟਾਵਾ ਹੈ, ਉਹ ਮੈਂ ਤੁਹਾਨੂੰ ਦੱਸਦੀ ਹਾਂ, ਤੁਸੀਂ ਧਿਆਨ ਨਾਲ ਸੁਣੋ। ਇਸ ਕਹਾਣੀ ਦੇ ਵਿੱਚ ਬੇਟਾ ਇੱਕ ਲੇਡੀ ਡਾਕਟਰ ਹੈ ਪਾਲੀ, ਉਹਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ, ਜਿਸ ਦੇ ਕਰਕੇ ਉਹਨੂੰ ਹੁਣ ਹਰ ਰੋਜ਼ ਬੱਸ ਦੇ ਵਿੱਚ ਸਫ਼ਰ ਕਰਕੇ ਜਾਣਾ ਪੈਂਦਾ ਸੀ। ਹੁਣ ਉਹਦੇ ਘਰ ਦੇ ਵੀ ਕੋਸ਼ਿਸ਼ ਕਰ ਰਹੇ ਸੀ ਕਿ ਬਦਲੀ ਰੁਕਵਾਈ ਜਾਵੇ, ਕਿਉਂਕਿ ਹਰ ਰੋਜ਼ ਆਉਣਾ ਜਾਣਾ ਜਾਂ ਉੱਥੇ ਰਹਿਣਾ ਬਹੁਤ ਮੁਸ਼ਕਲ ਸੀ। ਤਾਂ ਉਨੀ ਦੇਰ ਤੱਕ ਪਾਲੀ ਨੇ ਸੋਚਿਆ ਕਿ ਮੈਂ ਹਰ ਰੋਜ਼ ਹੀ ਆਵਾਂਗੀ, ਸ਼ਾਇਦ ਮੇਰੀ ਬਦਲੀ ਹੈ ਜਿਹੜੀ ਉਹ ਰੋਕੀ ਜਾਵੇ। ਪਰ ਉਸ ਸਮੇਂ ਬੱਸਾਂ ਦੇ ਵਿੱਚ ਜਾਣਾ ਉਹਦੀ ਸਭ ਤੋਂ ਵੱਡੀ ਮੁਸ਼ਕਲ ਬਣੀ ਹੋਈ ਸੀ, ਕਿਉਂਕਿ ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਵਿਸ਼ੇਸ਼ ਤੌਰ ਤੇ ਕੰਡਕਟਰਾਂ ਦੀਆਂ ਬੇਹੁਦਾ ਹਰਕਤਾਂ, ਉਹਨਾਂ ਤੋਂ ਉਹਦਾ ਜੀਅ ਬਹੁਤ ਕਾਹਲਾ ਪੈਂਦਾ ਸੀ। ਤਾਂ ਇੱਥੇ ਸ਼ੁਰੂ ਦੇ ਵਿੱਚ ਹੀ ਸਾਨੂੰ ਕਹਾਣੀਕਾਰ ਹੈ ਜਿਹੜੀ ਉਹ ਇਹ ਦੱਸਦੀ ਹੈ ਕਿ ਕਿਸੇ ਔਰਤ ਦੇ ਲਈ ਘਰ ਤੋਂ ਬਾਹਰ ਕੰਮ ਕਰਨਾ ਕਿੰਨਾ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਤਾਂ ਬੇਟਾ ਇਹ ਪਾਲੀ ਇਹ ਸੋਚ ਕੇ ਸਾਰਾ ਕੁਝ ਜਰਦੀ ਰਹੀ ਕਿ ਚਲੋ ਮੇਰੀ ਬਦਲੀ ਤਾਂ ਹੋ ਹੀ ਜਾਣੀ ਹੈ ਛੇਤੀ। ਉਹ ਜਿਹੜੀ ਬੱਸ ਦੇ ਵਿੱਚ ਜਾਂਦੀ ਸੀ, ਸਫ਼ਰ ਕਰਦੀ ਸੀ, ਜ਼ਿਆਦਾਤਰ ਉਹ ਪੀਪਲ ਬੱਸ ਸੀ, ਜਿਸ ਦੇ ਵਿੱਚ ਇੱਕ ਜੀਤ ਨਾਂ ਦਾ ਬੱਸ ਕੰਡਕਟਰ ਨੌਕਰੀ ਕਰਦਾ ਸੀ। ਤਾਂ ਜਿਸ ਦਿਨ ਉਸ ਕੰਡਕਟਰ ਦੀ ਵਾਰੀ ਹੁੰਦੀ ਬੱਸ ਦੇ ਵਿੱਚ, ਉਸ ਦਿਨ ਪਾਲੀ ਨੂੰ ਥੋੜਾ ਸੌਖਾ ਲੱਗਦਾ, ਕਿਉਂਕਿ ਇਹ ਵਿਅਕਤੀ ਹੈ ਜਿਹੜਾ ਉਹ ਕਿਸੇ ਦੂਸਰੇ ਕੰਡਕਟਰਾਂ ਦੀ ਤਰ੍ਹਾਂ ਬੇਹੁਦਾ ਹਰਕਤਾਂ ਨਹੀਂ ਸੀ ਕਰਦਾ ਤੇ ਇਹਨੂੰ ਬਹੁਤ ਹੀ ਸਾਊ ਲੱਗਦਾ ਸੀ। ਹੁਣ ਬੱਸ ਦੇ ਵਿੱਚ ਉਹ ਹਰ ਰੋਜ਼ ਆਉਂਦੀ ਜਾਂਦੀ ਸੀ, ਤਾਂ ਉਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਸਵਾਰੀਆਂ ਜਿਹੜੀਆਂ ਨੌਕਰੀ ਕਰਦੀਆਂ ਨੇ, ਕਿਸੇ ਕੰਮ ਦੇ ਕਾਰਨ ਉਹਨਾਂ ਨੂੰ ਹਰ ਰੋਜ਼ ਆਉਣਾ ਜਾਣਾ ਪੈਂਦਾ ਹੈ, ਤਾਂ ਉਹ ਵੀ ਪਾਲੀ ਨੂੰ ਦੇਖਦੀਆਂ ਸੀ ਤੇ ਉਹਨਾਂ ਦੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਸੀ। ਵਿਸ਼ੇਸ਼ ਕਰਕੇ ਇੱਕ ਸਰਦਾਰ ਜਿਹੜਾ ਹਰ ਰੋਜ਼ ਉਸੇ ਬੱਸ ਦੇ ਵਿੱਚ ਆਉਂਦਾ ਜਾਂਦਾ ਸੀ। ਤਾਂ ਉਹ ਸੋਚਦਾ ਸੀ ਕਿ ਇਹ ਲੜਕੀ ਹੈ ਜਿਹੜੀ ਭਾਵੇਂ ਡਾਕਟਰ ਹੈ, ਪਰ ਫਿਰ ਵੀ ਇਹ ਅੱਖਾਂ ਉੱਚੀਆਂ ਨਹੀਂ ਕਰਦੀ। ਇਉਂ ਲੱਗਦਾ ਹੈ ਜਿਵੇਂ ਇਹਦੇ ਮੂੰਹ ਦੇ ਵਿੱਚ ਬੋਲ ਹੀ ਨਹੀਂ, ਯਾਨੀ ਕਿ ਸਾਰੇ ਉਸਦੀ ਪ੍ਰਸ਼ੰਸਾ ਕਰਦੇ ਸੀ। ਪਰ ਬਹੁਤ ਸਾਰੇ ਬੇਟਾ ਹੋਰ ਸਵਾਰੀਆਂ ਨੇ ਜਿਹੜੀਆਂ ਉਹ ਅਜਿਹੀਆਂ ਵੀ ਹੁੰਦੀਆਂ ਨੇ ਜਿਹੜੀਆਂ ਕੁੜੀਆਂ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਚੰਗੀਆਂ ਭਾਵਨਾਵਾਂ ਨਹੀਂ ਪੈਦਾ ਹੁੰਦੀਆਂ। ਪਰ ਬੱਸ ਕੰਡਕਟਰ ਜੀਤ ਸੀ ਜਿਹੜਾ, ਉਸਨੂੰ ਇਹੋ ਜਿਹੀਆਂ ਸਵਾਰੀਆਂ ਬਹੁਤ ਬੁਰੀਆਂ ਲੱਗਦੀਆਂ ਸੀ ਤੇ ਉਹ ਉਹਨਾਂ ਨੂੰ ਟੋਕ ਵੀ ਦਿੰਦਾ ਸੀ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਪਾਲੀ ਬਾਰੇ ਚੰਗਾ ਨਹੀਂ ਸੋਚ ਰਿਹਾ ਜਾਂ ਚੰਗਾ ਨਹੀਂ ਬੋਲ ਰਿਹਾ। ਤਾਂ ਇਹ ਜੀਤ ਹੈ ਜਿਹੜਾ, ਇਹ ਕਈ ਵਾਰ ਬੇਟਾ ਪਾਲੀ ਤੋਂ
ਟਿਕਟ ਦੇ ਪੈਸੇ ਨਹੀਂ ਸੀ ਲੈਂਦਾ। ਹੁਣ ਪਾਲੀ ਹੈ ਜਿਹੜੀ ਟਿਕਟ ਕਟਾਉਣ ਦੇ ਲਈ ਜੇ 10 ਦਾ ਨੋਟ ਫੜਾਉਂਦੀ ਤਾਂ ਉਹ ਕਹਿ ਦਿੰਦਾ ਕਿ ਤੁਸੀਂ ਕੱਲ ਦੇ ਦੇਣਾ, ਜਦ ਕਿ ਨਾਲ ਹੀ ਜੇ ਕੋਈ ਹੋਰ ਔਰਤ ਹੈ ਜਿਹੜੀ ਇਸੇ ਤਰ੍ਹਾਂ ਪੈਸੇ ਇਕੱਠੇ ਨੋਟ 10 ਦਾ ਫੜਾ ਦਿੰਦੀ ਤਾਂ ਉਹਨੂੰ ਭੱਜ ਕੇ ਪੈਂਦਾ। ਉਹਨੂੰ ਕਹਿੰਦਾ ਕਿ ਤੁਸੀਂ ਐਡਾ ਵੱਡਾ ਨੋਟ ਫੜਾ ਦਿੰਦੇ ਹੋ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿਰਾਇਆ ਤਾਂ 10.5 ਆਨੇ ਹੀ ਹੈ। ਤਾਂ ਇਹ ਫਰਕ ਹੈ ਜਿਹੜਾ ਉਹ ਕਿਉਂ ਸੀ? ਉਹ ਪਾਲੀ ਦੇ ਨਾਲ ਬੜਾ ਵਧੀਆ ਵਿਵਹਾਰ ਕਰਦਾ ਸੀ, ਜਦ ਕਿ ਹੋਰ ਸਵਾਰੀਆਂ ਦੇ ਨਾਲ ਉਹਦਾ ਵਿਵਹਾਰ ਉਨਾ ਚੰਗਾ ਨਹੀਂ ਸੀ। ਇਸ ਚੀਜ਼ ਨੂੰ ਪਾਲੀ ਵੀ ਧਿਆਨ ਦੇ ਰਹੀ ਸੀ ਤੇ ਬੱਸ ਦੀਆਂ ਦੂਸਰੀਆਂ ਸਵਾਰੀਆਂ ਵੀ ਵੇਖ ਰਹੀਆਂ ਸੀ। ਸਿਰਫ ਇੰਨਾ ਹੀ ਨਹੀਂ ਬੇਟਾ, ਉਹ ਜੀਤ ਬੱਸ ਕੰਡਕਟਰ ਹੈ ਜਿਹੜਾ, ਉਹ ਪਾਲੀ ਦੀ ਵਿਸ਼ੇਸ਼ ਧਿਆਨ ਇਸ ਤਰ੍ਹਾਂ ਵੀ ਰੱਖਦਾ ਸੀ ਕਿ ਕਈ ਵਾਰ ਉਹ ਡਰਾਈਵਰ ਨੂੰ ਕਹਿ ਦਿੰਦਾ ਕਿ ਤੂੰ ਨੀਲਾ ਭਵਨ ਵਾਲੇ ਪਾਸੇ ਦੀ ਜਾਈਂ, ਜਦ ਕਿ ਗੁਰਦੁਆਰੇ ਵਾਲੇ ਪਾਸੇ ਜਾਣ ਵਾਲੀਆਂ ਸਵਾਰੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਯਾਨੀ ਕਿ ਬੱਸ ਨੇ ਜਿੱਧਰ ਜਾਣਾ ਹੁੰਦਾ ਉਹ ਉਸ ਤੋਂ ਦੂਸਰੇ ਪਾਸੇ ਵੱਲ ਦੀ ਬੱਸ ਡਰਾਈਵਰ ਨੂੰ ਕੱਢਣ ਲਈ ਕਹਿ ਦਿੰਦਾ। ਕਿਉਂ? ਕਿਉਂਕਿ ਉਧਰੋਂ ਪਾਲੀ ਨੂੰ ਹਸਪਤਾਲ ਜਾਣਾ ਸੌਖਾ ਸੀ, ਉਹਦਾ ਰਾਹ ਘਟ ਜਾਂਦਾ ਸੀ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਦੇਖ ਕੇ ਸਵਾਰੀਆਂ ਜਿਹੜੀਆਂ ਉਹ ਮਨੋ ਮਨੀ ਮੁਸਕਰਾਉਂਦੀਆਂ, ਗਲਤ ਸੋਚਦੀਆਂ, ਕੁਛ ਬੋਲਦੀਆਂ ਵੀ ਕਿ ਇਹ ਜੀਤ ਹੈ ਜਿਹੜਾ ਉਹ ਇਸ ਤਰ੍ਹਾਂ ਕਿਉਂ ਕਰਦਾ ਹੈ। ਪਾਲੀ ਵੀ ਆਪਦੇ ਮਨ ਵਿੱਚ ਸੋਚਦੀ ਸੀ ਕਿ ਇਹ ਸਾਊ ਹੈ, ਮੈਨੂੰ ਕਦੇ ਕੋਈ ਮਾੜਾ ਸ਼ਬਦ ਨਹੀਂ ਬੋਲਦਾ, ਮਾੜੀ ਤਰ੍ਹਾਂ ਨਾਲ ਮੇਰੇ ਵੱਲ ਦੇਖਦਾ ਨਹੀਂ, ਪਰ ਫਿਰ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ। ਜਦੋਂ ਬੱਸ ਸਵਾਰੀਆਂ ਦੇ ਨਾਲ ਭਰ ਜਾਂਦੀ, ਉਹਨੂੰ ਪਤਾ ਹੁੰਦਾ ਕਿ ਪਾਲੀ ਨੇ ਇਸ ਸਮੇਂ ਆਉਣਾ ਹੈ, ਤਾਂ ਉਹ ਪਾਲੀ ਦੇ ਲਈ ਸੀਟ ਵੀ ਰੱਖ ਲੈਂਦਾ। ਸੀਟ ਦੇ ਉੱਤੇ ਝੋਲਾ ਰੱਖ ਦਿੰਦਾ, ਕਿਸੇ ਨੂੰ ਬੈਠਣ ਨਾ ਦਿੰਦਾ। ਜਦੋਂ ਪਾਲੀ ਆਉਂਦੀ ਤਾਂ ਉਹਨੂੰ ਕਹਿ ਦਿੰਦਾ ਕਿ ਤੁਸੀਂ ਝੋਲਾ ਚੱਕ ਕੇ ਇੱਥੇ ਬੈਠ ਜਾਓ। ਹੁਣ ਇਸ ਤਰ੍ਹਾਂ ਨਾਲ ਪਾਲੀ ਹੈ ਜਿਹੜੀ, ਉਹਨੂੰ ਮਹਿਸੂਸ ਹੁੰਦਾ ਕਿ ਹੈ ਭਾਵੇਂ ਇਹ ਕੰਡਕਟਰ ਬਹੁਤ ਸਾਊ, ਪਰ ਇਹ ਇਸ ਤਰ੍ਹਾਂ ਕਰ ਕਿਉਂ ਰਿਹਾ। ਇੱਕ ਦਿਨ ਤਾਂ ਬੇਟਾ ਜਦੋਂ ਪਾਲੀ ਪੈਸੇ ਦੇਣ ਲੱਗੀ ਤਾਂ ਉਹਨੇ ਇਹੀ ਆਖ ਦਿੱਤਾ, ਨਹੀਂ ਬੀਬੀ ਰਹਿਣ ਦਿਓ, ਤੇ ਅੱਗੇ ਲੰਘ ਗਿਆ। ਹੁਣ ਅਕਸਰ ਉਹ ਏਦਾਂ ਹੀ ਕਰਦਾ, ਭਾਵੇਂ ਪਾਲੀ ਪੈਸੇ ਦੇਣਾ ਚਾਹੁੰਦੀ ਪਰ ਉਹ ਪੈਸੇ ਲੈਂਦਾ ਹੀ ਨਾ। ਇਹਦਾ ਮਤਲਬ ਇਹ ਵੀ ਨਹੀਂ ਕਿ ਉਹ ਟਿਕਟ ਨਹੀਂ ਸੀ ਕੱਟਦਾ, ਉਹ ਟਿਕਟ ਕੱਟ ਲੈਂਦਾ, ਟਿਕਟ ਆਪਣੇ ਕੋਲ ਰੱਖ ਲੈਂਦਾ, ਤੇ ਪਰ ਪਾਲੀ ਤੋਂ ਪੈਸੇ ਨਾ ਲੈਂਦਾ। ਤਾਂ ਇਹ ਗੱਲ ਪਾਲੀ ਨੂੰ ਚੰਗੀ ਨਹੀਂ ਸੀ ਲੱਗਦੀ, ਕਿਉਂਕਿ ਉਹ ਤਾਂ 300 ਰੁਪਇਆ ਕਮਾਉਂਦੀ ਸੀ। ਉਹਦੇ ਲਈ ਇਹ ਜਿਹੜਾ ਕਿਰਾਇਆ ਹੈ 10.5 ਆਨੇ, ਕੋਈ ਬਹੁਤਾ ਜ਼ਿਆਦਾ ਤਾਂ ਹੈ ਨਹੀਂ ਸੀ। ਤਾਂ ਹੁਣ ਉਹ ਸੋਚਣ ਲੱਗ ਗਈ ਕਿ ਇਹ ਗੱਲ ਚੰਗੀ ਨਹੀਂ, ਮੈਂ ਇਹ ਬੱਸ ਕੱਢ ਹੀ ਦਿਆ ਕਰਨੀ ਹੈ, ਅਗਲੀ ਬੱਸ ਤੇ ਹੀ ਜਾਇਆ ਕਰੂੰ। ਪਰ ਬੇਟਾ ਉਹਦੀ ਇਹ ਕੋਸ਼ਿਸ਼ ਕਾਮਯਾਬ ਨਾ ਹੁੰਦੀ, ਕਿਉਂਕਿ ਜਦੋਂ ਆ ਕੇ ਉਹਨੇ ਦੇਖਿਆ ਤਾਂ ਜਿਹੜਾ ਬੱਸ ਡਰਾਈਵਰ ਹੈ ਉਹਨੇ ਹਜੇ ਬੱਸ ਤੋਰੀ ਨਹੀਂ ਸੀ। ਭਾਵੇਂ ਉਹ ਬੱਸ ਚਲਾਉਣ ਲਈ ਕਾਹਲਾ ਸੀ, ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ, ਪਰ ਕੰਡਕਟਰ ਜੀਤ ਹੈ ਜਿਹੜਾ ਉਹ ਹਜੇ ਵੀ ਪਾਲੀ ਦੀ ਉਡੀਕ ਕਰ ਰਿਹਾ ਸੀ। ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੀਆਂ ਵਿੱਚ ਬੈਠੀਆਂ ਸਵਾਰੀਆਂ ਨੇ ਉਹ ਚੰਗਾ ਮੰਦਾ ਬੋਲ ਰਹੀਆਂ ਸੀ। ਹੁਣ ਇਹ ਟਿਕਟ ਨਾ ਲੈਣਾ ਜਾਂ ਟਿਕਟ ਉਸ ਨੂੰ ਨਾ ਦੇਣਾ ਪਾਲੀ ਦੇ ਮਨ ਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਉਹ ਸਾਰਾ ਦਿਨ ਹਸਪਤਾਲ ਦੇ ਵਿੱਚ ਵੀ ਇਸ ਗੱਲੋਂ ਪਰੇਸ਼ਾਨ ਰਹਿੰਦੀ ਸੀ ਕਿ ਇਹਨੂੰ ਕਿੰਨੀ ਕੁ ਤਨਖਾਹ ਮਿਲਦੀ ਹੋਣੀ ਹੈ, ਕੰਡਕਟਰ ਨੂੰ ਮਸਾਂ 60 ਰੁਪਈਆ ਮਿਲਦੀ ਹੈ, ਤੇ ਇਹ ਉਸ ਦੇ ਵਿੱਚੋਂ ਵੀ ਮੇਰੀ ਟਿਕਟ ਕੱਟ ਕੇ ਆਪ ਕੋਲੇ ਰੱਖ ਲੈਂਦਾ, ਮੇਰੇ ਪੈਸੇ ਆਪ ਭਰ ਦਿੰਦਾ। ਇਹ ਜਿਹਾ ਕਿਉਂ ਕਰਦਾ? ਇੱਕ ਦਿਨ ਕੀ ਹੋਇਆ ਬੇਟਾ, ਉਸੇ ਬੱਸ ਦੇ ਵਿੱਚ ਇੱਕ ਚੈਕਰ ਚੜ ਗਿਆ। ਹੁਣ ਚੈਕਰ ਹੈ ਜਿਹੜਾ ਉਹ ਲੋਕਾਂ ਦੀਆਂ ਟਿਕਟਾਂ ਉਹਨੇ ਦੇਖਣੀਆਂ ਹੀ ਸੀ, ਪਰ ਪਾਲੀ ਹੈ ਜਿਹੜੀ ਉਹ ਬਹੁਤ ਘਬਰਾ ਰਹੀ ਸੀ, ਕਿਉਂਕਿ ਉਹਦੇ ਕੋਲ ਤਾਂ ਹੁਣ ਟਿਕਟ ਹੈ ਹੀ ਨਹੀਂ ਸੀ। ਤਾਂ ਉਹ ਸੋਚਦੀ ਸੀ ਮੈਂ ਕੀ ਕਹੂੰਗੀ। ਕਦੇ ਉਹਨੇ ਸੋਚਿਆ ਮੈਂ ਇਹ ਕਹਿ ਦੂੰਗੀ ਕਿ ਟਿਕਟ ਕੰਡਕਟਰ ਨੇ ਦਿੱਤੀ ਨਹੀਂ, ਫਿਰ ਉਹ ਸੋਚਦੀ ਹੈ ਮੈਂ ਇਹ ਕਹਿ ਦੂੰਗੀ ਕਿ ਮੈਂ ਟਿਕਟ ਲੈਣਾ ਭੁੱਲ ਗਈ।
ਤਾਂ ਉਹ ਆਪਣੇ ਆਪ ਅੰਦਰ ਹੀ ਸੋਚੀ ਗਈ, ਮੈਂ ਹੁਣ ਕੀ ਕਹਾਂ ਕੀ ਕਰਾਂ। ਜਦੋਂ ਨੂੰ ਚੈਕਰ ਉਹਦੇ ਕੋਲ ਪਹੁੰਚਦਾ ਹੈ ਬੇਟਾ, ਤਾਂ ਉਦੋਂ ਨੂੰ ਜੀਤ ਹੈ ਜਿਹੜਾ ਉਹ ਆਪਦੀ ਜੇਬ ਦੇ ਵਿੱਚੋਂ ਟਿਕਟ ਕੱਢ ਕੇ ਚੈਕਰ ਨੂੰ ਦੇ ਦਿੰਦਾ ਹੈ ਤੇ ਨਾਲ ਹੀ ਕਹਿੰਦਾ ਹੈ, ਬੀਬੀ ਮੇਰੀ ਭੈਣ ਹੈ, ਇਹਨਾਂ ਦਾ ਟਿਕਟ ਮੇਰੇ ਕੋਲ ਹੈ। ਤੇ ਚੈਕਰ ਵੀ ਬਹੁਤ ਹੈਰਾਨ ਹੁੰਦਾ ਹੈ ਕਿ ਇਹ ਭੈਣ ਭਰਾ ਕਿਵੇਂ ਹੋ ਸਕਦੇ ਹੈ। ਉਹ ਕਿਉਂਕਿ ਪਾਲੀ ਦੀ ਪੋਸ਼ਾਕ ਵੱਲ ਦੇਖਦਾ ਹੈ, ਬਹੁਤ ਕੀਮਤੀ ਹੈ। ਉਸ ਤੋਂ ਬਾਅਦ ਕੰਡਕਟਰ ਦੇ ਕੱਪੜਿਆਂ ਵੱਲ ਦੇਖਦਾ ਹੈ, ਘਸਿਆ ਹੋਇਆ ਕੁੜਤਾ ਪਜਾਮਾ ਪਾਇਆ ਹੈ, ਤਾਂ ਉਹ ਵੀ ਮੁਸਕਰਾਉਂਦਾ ਹੈ। ਹੁਣ ਉਸ ਦੀ ਮੁਸਕਰਾਹਟ ਹੈ ਜਿਹੜੀ, ਉਹਦੇ ਵਿੱਚ ਵੀ ਕੋਈ ਡੂੰਘੀ ਗੱਲ ਲੁਕੀ ਹੋਈ ਹੈ, ਕਿਉਂਕਿ ਉਹਦੀ ਸੋਚਣੀ ਵੀ ਇਸ ਤਰ੍ਹਾਂ ਦੀ ਹੈ ਕਿ ਭੈਣ ਭਰਾ ਤਾਂ ਇਹ ਹੋ ਨਹੀਂ ਸਕਦੇ। ਹੁਣ ਇਹ ਗੱਲਾਂ ਨੇ ਬੇਟਾ ਸਾਰੀਆਂ ਸਵਾਰੀਆਂ ਦੇ ਮਨਾਂ ਦੇ ਵਿੱਚ ਵੀ ਇੱਕ ਸਵਾਲ ਪੈਦਾ ਕਰਦੀਆਂ ਨੇ, ਦੇਖਣ ਵਾਲੇ ਦੂਸਰੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਪੈਦਾ ਕਰਦੀਆਂ ਨੇ ਕਿ ਇਹ ਇਹਨਾਂ ਦਾ ਰਿਸ਼ਤਾ ਕੀ ਹੈ, ਇਹ ਇਸ ਤਰ੍ਹਾਂ ਨਾਲ ਕਿਉਂ ਕਰਦਾ ਹੈ ਜੀਤ। ਹੁਣ ਇਸ ਘਟਨਾ ਤੋਂ ਬਾਅਦ ਪਾਲੀ ਹੈ ਜਿਹੜੀ, ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੁੰਦਾ, ਉਹਨੂੰ ਬਾਰ-ਬਾਰ ਬੇਚੈਨੀ ਰਹਿੰਦੀ ਹੈ, ਬਾਰ-ਬਾਰ ਇਹ ਗੱਲ ਯਾਦ ਆਉਂਦੀ ਹੈ, ਤਾਂ ਉਹਦਾ ਮਨ ਹੈ ਜਿਹੜਾ ਉਹ ਆਪਣੇ ਕੰਮ ਦੇ ਵਿੱਚ ਵੀ ਨਹੀਂ ਲੱਗਦਾ। ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚਦੀ ਹੈ ਤਾਂ ਜੀਤ ਉਹਦੇ ਕੋਲ ਆਉਂਦਾ, ਉਹਨੂੰ ਉਹ ਇੱਕ ਗੱਲ ਦੱਸਦਾ ਹੈ। ਉਹ ਕਹਿੰਦਾ ਹੈ, ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜ੍ਹਦੀ ਸੀ, ਜਿਹੜੀ ਕਿ 1947 ਦੀ ਵੰਡ ਸਮੇਂ ਜਦੋਂ ਹੱਲੇ ਹੋਏ, ਦੰਗੇ ਹੋਏ, ਉਹਨਾਂ 'ਚ ਉਹ ਮਾਰੀ ਗਈ। ਕਹਿੰਦਾ ਬਾਕੀ ਦੇ ਮੇਰੇ ਘਰ ਦੇ ਵੀ ਮਾਰੇ ਗਏ ਸੀ। ਮੈਂ ਕਿਸੇ ਤਰ੍ਹਾਂ ਇੱਥੇ ਆ ਗਿਆ, ਪੜ੍ਹਾਈ ਮੇਰੀ ਵਿੱਚੇ ਰਹਿ ਗਈ, ਹੌਲੀ ਹੌਲੀ ਮੈਂ ਕੰਡਕਟਰੀ ਕਰਨ ਲੱਗ ਪਿਆ। ਜਦੋਂ ਹੁਣ ਮੈਂ ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖਦਾ ਤਾਂ ਮੈਨੂੰ ਤੁਹਾਡੇ ਵਿੱਚੋਂ ਮੇਰੀ ਉਹ ਮਰੀ ਹੋਈ ਭੈਣ ਹੀ ਦਿਖਾਈ ਦਿੰਦੀ ਹੈ। ਤਾਂ ਇੱਥੇ ਕਹਾਣੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਤਾਂ ਇਸ ਕਹਾਣੀ ਦੇ ਵਿੱਚ ਦਲੀਪ ਕੌਰ ਟਿਵਾਣਾ ਨੇ ਬੇਟਾ ਉਸ ਕੰਡਕਟਰ ਦੇ ਮਨ ਦੀ ਸਥਿਤੀ ਦਾ ਵਰਣਨ ਕੀਤਾ ਹੈ ਕਿ ਉਹ ਵਿਅਕਤੀ ਹੈ ਜਿਹੜਾ ਕਿਸ ਤਰ੍ਹਾਂ ਦੀ ਉਹਦੀ ਸੋਚ ਹੈ, ਉਹ ਆਪਣੇ ਮਨ ਦੇ ਵਿੱਚ ਕੀ ਕੁਝ ਲਈ ਫਿਰਦਾ। ਹੁਣ ਉਸ ਦੀ ਭੈਣ ਡਾਕਟਰੀ ਦੀ ਪੜ੍ਹਾਈ ਕਰਦੀ ਸੀਗੀ, ਜਿਹੜੀ ਕਿ 1947 ਵੇਲੇ ਦੇਸ਼ ਦੀ ਵੰਡ ਵੇਲੇ ਮਾਰੀ ਗਈ। ਤਾਂ ਉਹਦੇ ਮਨ ਦੇ ਵਿੱਚ ਉਸ ਭੈਣ ਪ੍ਰਤੀ ਇੰਨਾ ਜ਼ਿਆਦਾ ਪਿਆਰ ਸੀ ਕਿ ਉਸ ਤੋਂ ਬਾਅਦ ਉਹ ਉਸ ਤਰ੍ਹਾਂ ਦੀਆਂ ਜਦੋਂ ਵੀ ਕੁੜੀਆਂ ਨੂੰ ਦੇਖਦਾ ਸੀ ਤਾਂ ਉਹਨਾਂ ਦੇ ਵਿੱਚੋਂ ਉਹ ਆਪਣੀ ਭੈਣ ਨੂੰ ਹੀ ਲੱਭਣ ਦਾ ਯਤਨ ਕਰਦਾ ਸੀ। ਇਸੇ ਕਰਕੇ ਉਹਨੂੰ ਪਾਲੀ ਦੇ ਵਿੱਚੋਂ ਆਪਣੀ ਭੈਣ ਹੀ ਦਿਖਾਈ ਦਿੰਦੀ ਸੀ, ਜਿਸ ਕਰਕੇ ਬੱਸ ਦੇ ਵਿੱਚ ਉਹਦਾ ਪਾਲੀ ਪ੍ਰਤੀ ਸੁਭਾਅ ਹੈ ਜਿਹੜਾ ਉਹ ਦੂਸਰੀਆਂ ਸਵਾਰੀਆਂ ਨਾਲੋਂ ਵੱਖਰਾ ਸੀ। ਉਹਦਾ ਖਾਸ ਧਿਆਨ ਰੱਖਦਾ ਸੀ, ਉਹਦੇ ਲਈ ਸੀਟ ਵੀ ਰੱਖਦਾ ਸੀ, ਉਹਨੂੰ ਟਿਕਟ ਦੇ ਪੈਸੇ ਵੀ ਨਹੀਂ ਸੀ ਉਸ ਤੋਂ ਲੈਂਦਾ, ਜਾਂ ਉਹਨੂੰ ਟਿਕਟ ਨਹੀਂ ਸੀ ਲੈਣ ਦਿੰਦਾ ਤਾਂ ਉਹ ਸੋਚਦਾ ਸੀ ਕਿ ਮੈਂ ਆਪਣੀ ਭੈਣ ਤੋਂ ਕਿਸ ਤਰ੍ਹਾਂ ਨਾਲ ਪੈਸੇ ਲੈ ਸਕਦਾ। ਤੇ ਇਹ ਬਹੁਤ ਹੀ ਡੂੰਘੇ ਅਹਿਸਾਸ ਹੁੰਦੇ ਨੇ ਬੇਟੇ ਕਿ ਜਿਹੜੇ ਰਿਸ਼ਤੇ ਸਾਡੇ ਅੱਧ ਵਿਚਾਲੇ ਹੀ ਸਾਡੇ ਤੋਂ ਸਾਥ ਛੱਡ ਜਾਂਦੇ ਹੈ, ਜਦੋਂ ਸਾਡੇ ਮਨਾਂ ਦੇ ਵਿੱਚ ਉਹ ਡੂੰਘੇ ਵਸੇ ਹੁੰਦੇ ਹੈ ਤਾਂ ਅਸੀਂ ਬਾਹਰ ਹੋਰਨਾਂ ਦੇ ਨਕਸ਼ਾਂ ਦੇ ਵਿੱਚੋਂ ਆਪਣੇ ਉਹਨਾਂ ਰਿਸ਼ਤਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਉਸੇ ਤਰ੍ਹਾਂ ਹੀ ਕਹਾਣੀਕਾਰ ਨੇ ਪਾਲੀ ਦੇ ਮਨ ਦਾ ਵੀ ਵਰਣਨ ਬਹੁਤ ਵਧੀਆ ਤਰ੍ਹਾਂ ਨਾਲ ਕੀਤਾ ਹੈ। ਹੁਣ ਪਾਲੀ ਦੀ ਥਾਂ ਤੇ ਜੇ ਕੋਈ ਵੀ ਹੋਰ ਕੁੜੀ ਹੋਵੇ ਤਾਂ ਜੋ ਵੀ ਪਾਲੀ ਦੇ ਮਨ ਦੇ ਵਿੱਚ ਉਥਲ-ਪੁਥਲ ਜਾਂ ਉਲਝਣ ਰਹਿੰਦੀ ਹੈ, ਉਹਦੇ ਮਨ ਦੇ ਵਿੱਚ ਵੀ ਰਹੇ ਕਿ ਇਸ ਦਾ ਵਿਵਹਾਰ ਸਿਰਫ ਮੇਰੇ ਪ੍ਰਤੀ ਹੀ ਇਸ ਤਰ੍ਹਾਂ ਨਾਲ ਕਿਉਂ ਹੈ, ਕੀ ਕਾਰਨ ਹੈ। ਹਾਲਾਂਕਿ ਉਹਦੀ ਕੋਈ ਵੀ ਹਰਕਤ ਹੈ ਜਿਹੜੀ ਉਹ ਗਲਤ ਨਹੀਂ, ਪਰ ਫਿਰ ਵੀ ਇਸ ਤਰ੍ਹਾਂ ਦੇ ਸੁਭਾਅ ਦਾ ਕੀ ਕਾਰਨ ਹੈ। ਤਾਂ ਇਸ ਤਰ੍ਹਾਂ ਦੀ ਉਥਲ-ਪੁਥਲ ਜੋ ਇੱਕ ਔਰਤ ਦੇ ਮਨ ਦੇ ਵਿੱਚ ਜਨਮ ਲੈਂਦੀ ਹੈ ਤਾਂ ਉਸ ਸਮੇਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਵਿਅਕਤੀ ਹੈ ਜਿਹੜਾ ਉਹ ਕਿੰਨਾ ਸਾਊ ਹੈ, ਇਹਦਾ ਪ੍ਰੇਮ ਹੈ ਜਿਹੜਾ ਉਹ ਕਿੰਨਾ ਨਿਰਛਲ ਹੈ, ਕਿੰਨਾ ਪਵਿੱਤਰ ਹੈ। ਤਾਂ ਇਸ ਤਰ੍ਹਾਂ ਨਾਲ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਦੋਨਾਂ ਪਾਤਰਾਂ ਦੇ ਮਨ ਦਾ ਬਹੁਤ ਹੀ ਖੂਬਸੂਰਤੀ ਦੇ ਨਾਲ ਚਿਤਰਨ ਕੀਤਾ ਹੈ
ਨਾਲ ਹੀ ਇਹ ਆਪਣੇ ਪਾਠਕਾਂ ਨੂੰ ਇਹ ਵੀ ਸੰਦੇਸ਼ ਦਿੰਦੀ ਹੈ ਕਿ 1947 ਦੀ ਵੰਡ ਵੇਲੇ ਬਹੁਤ ਸਾਰੇ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ। ਆਪਣੇ ਬਹੁਤ ਹੀ ਕਰੀਬੀ ਰਿਸ਼ਤੇਦਾਰਾਂ ਨੂੰ, ਆਪਣੇ ਮਾਪਿਓ ਨੂੰ, ਭੈਣ ਭਰਾਵਾਂ ਨੂੰ ਗਵਾਉਣਾ ਪਿਆ। ਉਹਨਾਂ ਨੂੰ ਨਵੇਂ ਸਿਰੇ ਤੋਂ ਨਵੀਂ ਜ਼ਮੀਨ ਤੇ ਆ ਕੇ ਜ਼ਿੰਦਗੀ ਸ਼ੁਰੂ ਕਰਨੀ ਪਈ। ਤਾਂ ਉਸ ਸਮੇਂ ਉਹਨਾਂ ਦੇ ਮਨ ਦੀ ਹਾਲਤ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਸੀ, ਕਿਸ ਤਰ੍ਹਾਂ ਉਹ ਬਾਅਦ ਦੇ ਵਿੱਚ ਆਸੇ-ਪਾਸੇ ਵਾਲੇ ਲੋਕਾਂ ਦੇ ਵਿੱਚੋਂ ਆਪਣੇ ਰਿਸ਼ਤੇ ਹੈ ਜਿਹੜੇ ਉਹ ਤਲਾਸ਼ ਕਰਦੇ ਰਹੇ। ਤਾਂ ਇਹ ਕਹਾਣੀ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਬੇਟਾ, ਇਹ ਸਾਰੀ ਇਸ ਕਹਾਣੀ ਦਾ ਸਾਰ ਹੀ ਹੈ। ਪੇਪਰ ਦੇ ਵਿੱਚ ਤੁਹਾਨੂੰ ਸਾਰ ਪੁੱਛਿਆ ਜਾਊਗਾ ਤਾਂ ਤੁਸੀਂ ਇਹ ਸਾਰੀ ਕਹਾਣੀ ਇਸੇ ਤਰ੍ਹਾਂ ਲਿਖ ਦੇਣੀ ਹੈ। ਤਾਂ ਇਸ ਕਹਾਣੀ ਤੋਂ ਬਾਅਦ ਪਾਠ ਦਾ ਅਭਿਆਸ ਹੈ। ਅਭਿਆਸ ਦੇ ਵਿੱਚ ਦੂਸਰਾ ਪ੍ਰਸ਼ਨ ਹੈ, ਬੱਸ ਵਿੱਚ ਇੱਕ ਸਵਾਰ ਸਰਦਾਰ ਪਾਲੀ ਬਾਰੇ ਕੀ ਆਖਦਾ ਹੈ। ਤਾਂ ਉਹ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਹੈ ਕਿ ਉਹ ਪਾਲੀ ਬਾਰੇ ਆਖਦਾ ਹੈ ਕਿ ਇਹ ਕਿਸੇ ਚੰਗੇ ਘਰਾਣੇ ਦੀ ਕੁੜੀ ਹੈ, ਕਿਉਂਕਿ ਇਹਨੂੰ ਮੈਂ ਕਦੇ ਵੀ ਅੱਖਾਂ ਚੁੱਕ ਕੇ ਨਹੀਂ ਇੱਧਰ ਉੱਧਰ ਦੇਖਦੇ ਹੋਏ ਤੱਕਿਆ, ਤੇ ਨਾਲ ਹੀ ਆਉਣ ਵੀ ਲੱਗਦਾ ਮੈਨੂੰ ਕਿ ਇਹਦੇ ਮੂੰਹ ਦੇ ਵਿੱਚ ਜ਼ੁਬਾਨ ਵੀ ਨਹੀਂ, ਚੁੱਪਚਾਪ ਬੈਠੀ ਰਹਿੰਦੀ ਹੈ ਤੇ ਸਿਰਫ ਆਪਣਾ ਕੰਮ ਕਰਦੀ ਹੈ। ਤੀਸਰਾ ਪ੍ਰਸ਼ਨ ਹੈ, ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆ ਪਾਲੀ ਤੇ ਬੁੱਢੀ ਮਾਈ ਨਾਲ ਕਿਹੋ ਜਿਹਾ ਵਰਤਾਅ ਕੀਤਾ। ਤਾਂ ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆ ਦੋਨਾਂ ਨਾਲ ਵੱਖੋ ਵੱਖਰਾ ਵਿਵਹਾਰ ਕੀਤਾ, ਜਦਕਿ ਦੋਨਾਂ ਨੇ ਹੀ ਉਹਨੂੰ 10 ਦਾ ਨੋਟ ਫੜਾਇਆ ਸੀ। ਪਾਲੀ ਨੂੰ ਤਾਂ ਉਹ ਕਹਿੰਦਾ ਹੈ ਕਿ ਤੁਸੀਂ ਰੱਖ ਲਓ, ਬਾਅਦ ਵਿੱਚ ਪੈਸੇ ਦੇ ਦਿਓ, ਕਿਉਂਕਿ ਬੱਸ ਦਾ ਕਿਰਾਇਆ ਤਾਂ ਬਹੁਤ ਥੋੜਾ ਸੀ। ਜਦਕਿ ਬੁੱਢੀ ਮਾਈ ਨੂੰ ਉਹ ਕਹਿੰਦਾ ਹੈ ਕਿ ਜਾ ਉਤਰ ਕੇ ਪੈਸੇ ਆ ਜਿਹੜੇ ਉਹ ਖੁੱਲੇ ਕਰਵਾ ਕੇ ਲੈ ਕੇ ਆ, ਇੰਨਾ ਵੱਡਾ ਨੋਟ ਕੱਢ ਕੇ ਮੈਨੂੰ ਫੜਾਤਾ। ਚੌਥਾ ਪ੍ਰਸ਼ਨ ਹੈ, ਬੱਸ ਕੰਡਕਟਰ ਬਾਰੇ ਪਾਲੀ ਦੇ ਮਨ ਵਿੱਚ ਕਿਹੋ ਜਿਹੇ ਵਿਚਾਰ ਆ ਰਹੇ ਸੀ। ਤਾਂ ਪਾਲੀ ਹੈ ਜਿਹੜੀ ਉਹ ਜੀਤ ਨੂੰ ਬਹੁਤ ਸਾਊ ਮੁੰਡਾ ਸਮਝਦੀ ਸੀ, ਪਰ ਜਦੋਂ ਉਹ ਉਹਦੇ ਤੋਂ ਟਿਕਟ ਦੇ ਪੈਸੇ ਨਹੀਂ ਸੀ ਲੈਂਦਾ ਤਾਂ ਉਦੋਂ ਉਹਦੇ ਮਨ ਦੇ ਵਿੱਚ ਵਿਚਾਰ ਆਉਂਦੇ ਸੀ ਕਿ ਇੰਨੀ ਘੱਟ ਕਮਾਈ ਕਰਨ ਵਾਲਾ ਇਹ ਵਿਅਕਤੀ ਇਸ ਤਰ੍ਹਾਂ ਨਾਲ ਕਿਉਂ ਕਰਦਾ ਹੈ, ਕਿਉਂ ਨਹੀਂ ਉਸ ਤੋਂ ਟਿਕਟ ਦੇ ਪੈਸੇ ਲੈਂਦਾ, ਜਦਕਿ ਉਹਦੇ ਲਈ ਇਹ ਪੈਸੇ ਕੋਈ ਬਹੁਤੇ ਜ਼ਿਆਦਾ ਨਹੀਂ। ਪੰਜਵਾਂ ਪ੍ਰਸ਼ਨ ਹੈ, ਬੱਸ ਵਿੱਚ ਟਿਕਟ ਚੈਕਰ ਦੇ ਚੜ੍ਹ ਜਾਣ ਨਾਲ ਪਾਲੀ ਕਿਉਂ ਡਰ ਰਹੀ ਸੀ, ਕਿਉਂਕਿ ਪਾਲੀ ਕੋਲ ਟਿਕਟ ਨਹੀਂ ਸੀ। ਟਿਕਟ ਹੈ ਜਿਹੜੀ ਉਹ ਜੀਤ ਬੱਸ ਕੰਡਕਟਰ ਉਹਨੂੰ ਦਿੰਦਾ ਹੀ ਨਹੀਂ ਸੀ, ਕਿਉਂਕਿ ਉਹ ਉਹਦੇ ਤੋਂ ਪੈਸੇ ਨਹੀਂ ਸੀ ਲੈਂਦਾ। ਉਹ ਟਿਕਟ ਕੱਟ ਕੇ ਆਪਣੇ ਆਪ ਕੋਲ ਹੀ ਰੱਖ ਲੈਂਦਾ ਸੀ, ਤੇ ਹੁਣ ਪਾਲੀ ਨੂੰ ਇਸ ਗੱਲ ਦਾ ਡਰ ਸੀ ਕਿ ਚੈਕਰ ਦੇ ਆਉਣ ਤੇ ਮੈਂ ਕੀ ਕਹਾਂਗੀ। ਛੇਵਾਂ ਪ੍ਰਸ਼ਨ ਹੈ, ਹਸਪਤਾਲ ਵਿੱਚ ਪਾਲੀ ਨੂੰ ਕਿਹੜੀ ਗੱਲ ਬੇਚੈਨ ਕਰ ਰਹੀ ਸੀ। ਤਾਂ ਹਸਪਤਾਲ 'ਚ ਪਾਲੀ ਨੂੰ ਇਹੀ ਗੱਲ ਬੇਚੈਨ ਕਰ ਰਹੀ ਸੀ ਕਿ ਇਹ ਹਰ ਰੋਜ਼ ਮੇਰੀ ਟਿਕਟ ਹੈ ਜਿਹੜੀ ਉਹ ਆਪਣੇ ਕੋਲ ਰੱਖ ਲੈਂਦਾ ਹੈ, ਮੇਰੇ ਤੋਂ ਪੈਸੇ ਨਹੀਂ ਲੈਂਦਾ। ਕਈ ਵਾਰ ਹੋ ਸਕਦਾ ਹੈ ਕਿ ਇਹਨੂੰ ਰੋਟੀ ਵੀ ਨਾ ਜੁੜਦੀ ਹੋਵੇ, ਫਿਰ ਇਹ ਮੇਰੇ ਤੋਂ ਪੈਸੇ ਕਿਉਂ ਨਹੀਂ ਲੈਂਦਾ, ਕੀ ਕਾਰਨ ਹੈ। ਇਹ ਗੱਲ ਉਹਨੂੰ ਬਹੁਤ ਹੀ ਪਰੇਸ਼ਾਨ ਕਰਦੀ ਸੀ। ਸੱਤਵਾਂ ਪ੍ਰਸ਼ਨ ਹੈ, ਬੱਸ ਕੰਡਕਟਰ ਨੇ ਪਾਲੀ ਨਾਲ ਆਪਣਾ ਕਿਹੜਾ ਰਾਜ ਸਾਂਝਾ ਕੀਤਾ। ਹੁਣ ਬੱਸ ਕੰਡਕਟਰ ਹੈ ਜਿਹੜਾ ਉਹ ਪਾਲੀ ਨੂੰ ਦੱਸਦਾ ਹੈ ਕਿ ਉਹਦੀ ਵੀ ਭੈਣ ਹੈ ਜਿਹੜੀ ਲਾਹੌਰ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਦੀ ਸੀ। ਜਦੋਂ 1947 ਦੀ ਵੰਡ ਹੋਈ ਤਾਂ ਉਹਨਾਂ ਦੰਗਿਆਂ 'ਚ ਉਹਦੇ ਸਾਰੇ ਪਰਿਵਾਰ ਦੇ ਨਾਲ ਉਹ ਵੀ ਮਾਰੀ ਗਈ, ਉਹ ਇਕੱਲਾ ਹੀ ਬਚਿਆ ਸੀ। ਉਹ ਰੁਲਦਾ ਖੁੱਲਦਾ ਕਿਸੇ ਤਰ੍ਹਾਂ ਇੱਧਰ ਆ ਗਿਆ, ਤਾਂ ਇੱਧਰ ਆ ਕੇ ਪੜ੍ਹਾਈ ਉਹਦੀ ਵਿੱਚ ਹੀ ਛੁੱਟ ਗਈ ਤੇ ਉਹਨੇ ਹੌਲੀ ਹੌਲੀ ਇਹ ਬੱਸ ਕੰਡਕਟਰ ਦੀ ਨੌਕਰੀ ਹੈ ਜਿਹੜੀ ਉਹ ਕਰਨੀ ਸ਼ੁਰੂ ਕਰਤੀ। ਤਾਂ ਉਹ ਕਹਿੰਦਾ ਕਿ ਉਹਦੀਆਂ ਟੂਟੀਆਂ ਤੇ ਬੈਗ ਦੇਖ ਕੇ ਉਹਦੇ ਵਿੱਚੋਂ ਵੀ ਉਹਨੂੰ ਆਪਣੀ ਮਰੀ ਹੋਈ ਭੈਣ ਹੀ ਦਿਖਾਈ ਦਿੰਦੀ ਸੀ। ਇਸੇ ਕਰਕੇ ਉਹ ਪਾਲੀ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਸੀ। 8ਵਾਂ ਪ੍ਰਸ਼ਨ ਹੈ, ਬੱਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ। ਤਾਂ ਬੱਸ ਕੰਡਕਟਰ ਦਾ ਸੁਭਾਅ ਬਹੁਤ ਹੀ ਵਧੀਆ ਸੀ, ਬਹੁਤ ਹੀ ਸਾਊ ਵਿਅਕਤੀ ਸੀ। ਉਸਦੀ ਆਪਣੀ ਭੈਣ ਦੀ ਮੌਤ ਹੋ ਚੁੱਕੀ ਸੀ, ਇਸ ਕਰਕੇ ਉਹ ਦੂਸਰੀਆਂ ਕੁੜੀਆਂ ਵਿੱਚੋਂ ਆਪਣੀ ਮਰੀ ਹੋਈ ਭੈਣ ਨੂੰ ਲੱਭਦਾ ਸੀ।
ਉਹਨਾਂ ਪ੍ਰਤੀ ਆਪਣੇ ਮਨ ਦੇ ਵਿੱਚ ਨਿਰਛਲ ਪ੍ਰੇਮ ਦੀ ਭਾਵਨਾ ਰੱਖਦਾ ਸੀ ਤੇ ਉਹਨਾਂ ਨੂੰ ਸਤਿਕਾਰ ਦਿੰਦਾ ਸੀ। ਤਾਂ ਇਹ ਇਸ ਪਾਠ ਦਾ ਅਭਿਆਸ ਹੈ ਬੇਟਾ, ਜਿਹੜਾ ਤੁਸੀਂ ਆਸਾਨੀ ਦੇ ਨਾਲ ਹੁਣ ਹੱਲ ਕਰ ਸਕਦੇ ਹੋ।